ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇੱਕ ਸ਼ਾਰਟ ਸਟੋਰੀ ਦਾ ਡਾਕਟਰਸ ਵਰਡ ਐਕਸਪਲੇਨ ਕਰਨ ਜਾ ਰਹੇ ਹਾਂ। ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜ਼ਾਰਿਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ। ਦ ਡਾਕਟਰਸ ਵਰਡ ਸਟੋਰੀ ਆਰ.ਕੇ. ਨਾਰਾਇਣ ਦੀ ਲਿਖੀ ਹੋਈ ਇੱਕ ਪੁਸਤਕ ਮਾਲਗੁਡੀ ਡੇਜ਼ ਦੇ ਵਿੱਚੋਂ ਲਈ ਗਈ ਹੈ। ਇਹ ਕਲੈਕਸ਼ਨ ਆਫ ਸ਼ਾਰਟ ਸਟੋਰੀਜ਼ ਦੀ ਬੁੱਕ ਹੈ ਯਾਨੀ ਕਿ ਮਾਲਗੁਡੀ ਡੇਜ਼, ਔਰ 1943 ਦੇ ਵਿੱਚ ਇਹ ਬੁੱਕ ਜੋ ਸੀ ਲਿਖੀ ਗਈ ਸੀ ਆਰ.ਕੇ. ਨਾਰਾਇਣ ਦੁਆਰਾ। ਇਹ ਸ਼ਾਰਟ ਸਟੋਰੀ ਦਾ ਕਲੈਕਸ਼ਨ ਹੈ ਔਰ ਉਹਦੇ ਵਿੱਚੋਂ ਦ ਡਾਕਟਰਸ ਵਰਡ ਬਹੁਤ ਹੀ ਇੰਟਰਸਟਿੰਗ ਕਿਸਮ ਦੀ ਸਟੋਰੀ ਹੈ। ਤਾਂ ਆਓ ਸ਼ੁਰੂ ਕਰਦੇ ਹਾਂ ਇਸ ਦੀ ਐਕਸਪਲੇਨੇਸ਼ਨ। ਦ ਡਾਕਟਰਸ ਵਰਡ, ਤਾਂ ਇਸ ਦਾ ਮੀਨਿੰਗ ਕੀ ਹੈ ਕਿ ਡਾਕਟਰ ਦੇ ਕਹੇ ਹੋਏ ਸ਼ਬਦ। ਵਰਡ ਦਾ ਮਤਲਬ ਸ਼ਬਦ, ਜਾਂ ਆਪਾਂ ਇੱਕ ਪ੍ਰੋਮਿਸ ਵੀ ਕਹਿ ਸਕਦੇ ਹਾਂ। ਕਈ ਵਾਰੀ ਵਰਡ ਦਾ ਮੀਨਿੰਗ ਪ੍ਰੋਮਿਸ ਵੀ ਹੁੰਦਾ ਹੈ, ਵਾਅਦਾ ਵੀ ਹੁੰਦਾ ਹੈ। ਯਾਨੀ ਕਿ ਇੱਥੇ ਦ ਡਾਕਟਰਸ ਵਰਡ ਆਪਾਂ ਕਹਿ ਸਕਦੇ ਹਾਂ ਕਿ ਕਹੇ ਹੋਏ ਸ਼ਬਦ ਇੱਕ ਡਾਕਟਰ ਦੇ। ਡਾਕਟਰ ਵੀ ਕਿਹੜਾ, ਇਹ ਕਹਾਣੀ ਦੇ ਵਿੱਚ ਆਉਂਦਾ ਹੈ ਕਿ ਡਾਕਟਰ ਰਮਨ, ਹੀ ਵਾਜ਼ ਅ ਵੈਰੀ ਫੇਮਸ ਐਂਡ ਕੰਪੀਟੈਂਟ ਡਾਕਟਰ। ਡਾਕਟਰ ਰਮਨ ਇਸ ਸਟੋਰੀ ਦੇ ਵਿੱਚ ਬਹੁਤ ਹੀ ਪ੍ਰਸਿੱਧ, ਬਹੁਤ ਹੀ ਕੰਪੀਟੈਂਟ ਡਾਕਟਰ ਹੁੰਦਾ ਹੈ। ਔਰ ਸਟੋਰੀ ਜਦੋਂ ਸ਼ੁਰੂ ਹੁੰਦੀ ਹੈ ਇਸ ਦੇ ਵਿੱਚ ਦੋ ਦੋਸਤ ਹਨ। ਇੱਕ ਡਾਕਟਰ ਰਮਨ ਹੈ ਔਰ ਉਸ ਦਾ ਇੱਕ ਦੋਸਤ ਫਾਸਟ ਫਰੈਂਡ ਗੋਪਾਲ ਹੈ। ਇਹ ਦੋਵੇਂ ਇਕੱਠੇ ਬਚਪਨ ਤੋਂ 40 ਸਾਲ ਤੋਂ ਯਾਨੀ ਕਿ ਇਕੱਠੇ ਰਹਿ ਰਹੇ ਸਨ ਔਰ ਇੱਕ ਦੂਸਰੇ ਦੇ ਨਾਲ ਬਹਿਣਾ ਉੱਠਣਾ, ਗੱਲਾਂ ਬਾਤਾਂ ਕਰਨੀਆਂ, ਆਪਣੇ ਦਿਲ ਦੀਆਂ ਗੱਲਾਂ ਕਰਨੀਆਂ, ਸਾਰੀਆਂ ਬਹੁਤ ਹੀ ਜਿਵੇਂ ਕਿ ਫਾਸਟ ਫਰੈਂਡ ਕਰਦੇ ਹਨ ਉਸ ਤਰ੍ਹਾਂ ਦੀਆਂ ਗੱਲਾਂ ਇਹ ਆਪਸ ਦੇ ਵਿੱਚ ਕਨਵਰਸੇਸ਼ਨ ਵਗੈਰਾ ਕਰਿਆ ਕਰਦੇ ਸੀ। ਔਰ ਡਾਕਟਰ ਰਮਨ ਦੇ ਬਾਰੇ ਹੋਰ ਦੱਸ ਦਈਏ ਕਿ ਡਾਕਟਰ ਰਮਨ ਜੋ ਸੀ ਕੰਪੀਟੈਂਟ ਤਾਂ ਸੀ ਹੀ, ਦੂਸਰਾ ਉਹ ਬੜਾ ਹੀ ਫਰੈਂਕਲੀ ਸਪੀਕ ਕਰਨ ਵਾਲਾ ਡਾਕਟਰ ਸੀ। ਹੀ ਯੂਜ਼ਡ ਟੂ ਟੈਲ ਫਰੈਂਕਲੀ ਵੈਦਰ ਦਾ ਪੇਸ਼ੈਂਟ ਵੁੱਡ ਲਿਵ ਔਰ ਡਾਈ। ਬਿਲਕੁਲ ਉਸ ਦੀ ਜੋ ਜਜਮੈਂਟ ਹੈ ਦੈਟ ਵਾਜ਼ ਜਸਟ ਲਾਈਕ ਦਾ ਜਜਮੈਂਟ ਆਫ ਅ ਜੱਜ ਔਰ ਦਾ ਵਰਡਿਕਟ ਆਫ ਅ ਜੱਜ। ਜਿਵੇਂ ਕੋਈ ਜੱਜ ਫੈਸਲਾ ਸੁਣਾਉਂਦਾ ਇਸ ਤਰ੍ਹਾਂ ਦਾ ਫੈਸਲਾ ਸੁਣਾਇਆ ਕਰਦਾ ਸੀ, ਪੇਸ਼ੈਂਟ ਨੂੰ ਚੈੱਕਅਪ ਕਰਕੇ ਔਰ ਦੱਸ ਦਿਆ ਕਰਦਾ ਸੀ, ਬਿਲਕੁਲ ਬਲੰਟਲੀ ਦੱਸ ਦਿਆ ਕਰਦਾ ਸੀ, ਫਰੈਂਕਲੀ ਦੱਸ ਦਿਆ ਕਰਦਾ ਸੀ, ਪਲੇਨਲੀ ਦੱਸ ਦਿਆ ਕਰਦਾ ਸੀ ਕਿ ਵੈਦਰ ਦਾ ਪੇਸ਼ੈਂਟ ਵੁੱਡ ਲਿਵ ਔਰ ਡਾਈ। ਤਾਂ ਇਸ ਕਰਕੇ ਲੋਕ ਜੋ ਸਨ ਉਹਦੇ ਕੋਲ ਪਹਿਲੀ ਰਿਜ਼ੋਰਟ ਦੇ ਤੌਰ ਤੇ ਜਾਂਦੇ ਹੀ ਨਹੀਂ ਸਨ। ਇਸ ਕਰਕੇ ਨਹੀਂ ਜਾਂਦੇ ਸੀ ਵੀ ਕਿਉਂਕਿ ਉਹ ਬੜਾ ਫਰੈਂਕ ਸੀ, ਉਹ ਬਹੁਤ ਹੀ ਫਰੈਂਕਲੀ ਦੱਸ ਦਿਆ ਕਰਦਾ ਸੀ ਕਿ ਪੇਸ਼ੈਂਟ ਦੀ ਕੰਡੀਸ਼ਨ ਕੀ ਹੈ। ਤੇ ਦੂਸਰੀ ਗੱਲ ਹੈ ਵੀ ਉਹਦੀ ਜਿਹੜੀ ਵਿਜ਼ਿਟਿੰਗ ਫੀਸ ਸੀ ਨਾ ਦੈਟ ਵਾਸ ਟੂ ਹਾਈ, 25 ਰੁਪਏ ਸੀ। ਹੁਣ ਅੱਜ ਦੇ 25 ਰੁਪਏ ਤਾਂ ਲੱਗਦਾ ਵੀ ਇਹ ਕਿਹੜੀ ਫੀਸ ਹੋਈ, ਇਹ ਤਾਂ ਬਹੁਤ ਥੋੜੀ ਫੀਸ ਹੈ। ਪਰ ਐਟ ਦੈਟ ਟਾਈਮ 1943 ਦੇ ਵਿੱਚ ਤੁਸੀਂ ਦੇਖੋ ਕਿ ਜਿਹੜੇ 25 ਰੁਪੀਸ ਹੈ ਦੈਟ ਇਜ਼ ਕੁਆਇਟ ਅ ਹਾਈ ਅਮਾਊਂਟ, ਬਹੁਤ ਵੱਡੀ ਅਮਾਊਂਟ ਸੀ ਉਸ ਵੇਲੇ ਦੀ। ਤਾਂ ਇੰਨੀ ਜ਼ਿਆਦਾ ਫੀਸ ਉਸਦੀ ਹੋਣ ਕਰਕੇ ਤੇ ਦੂਸਰਾ ਪਤਾ ਨਹੀਂ ਹੁਣ ਡਾਕਟਰ ਨੇ ਆਪਣਾ ਜਦੋਂ ਚੈੱਕਅਪ ਕਰਕੇ ਕੀ ਕਹਿ ਦੇਣਾ ਹੈ ਵੀ ਪੇਸ਼ੈਂਟ ਦੀ ਹਾਲਤ ਦੇ ਬਾਰੇ। ਇਸ ਕਰਕੇ ਵੀ ਲੋਕ ਪਹਿਲੀ ਰਿਜ਼ੋਰਟ ਦੇ ਤੌਰ ਤੇ ਸ਼ੁਰੂ ਦੇ ਵਿੱਚ ਨਹੀਂ ਸੀ ਜਾਇਆ ਕਰਦੇ। ਜਦੋਂ ਲਾਸਟ ਲੈਗਸ ਦੇ ਉੱਤੇ ਹਾਲਤ ਮਰੀਜ਼ ਦੀ ਇੰਨੀ ਵਿਗੜ ਜਾਂਦੀ ਸੀ ਬਹੁਤ ਜ਼ਿਆਦਾ, ਤੇ ਉਦੋਂ ਹੀ ਉਸ ਦੇ ਕੋਲ ਜਾਇਆ ਕਰਦੇ ਸੀ। ਔਰ ਇੱਕ ਦਿਨ ਕੀ ਹੋਇਆ ਕਿ ਡਾਕਟਰ ਰਮਨ ਆਪਣੇ ਕਲੀਨਿਕ ਦੇ ਵਿੱਚ ਪੇਸ਼ੈਂਟ ਨੂੰ ਚੈੱਕਅਪ ਕਰ ਰਿਹਾ ਸੀ ਔਰ ਜਦੋਂ ਉਹ ਸਾਰੇ ਆਪਣੇ ਪੇਸ਼ੈਂਟ ਭੁਗਤਾ ਚੁੱਕਿਆ ਤੇ ਉਸ ਤੋਂ ਬਾਅਦ ਇੱਕ ਲੜਕਾ ਜੋ ਸੀ ਉਹ ਆਇਆ ਉਸ ਦੇ ਕੋਲ ਔਰ ਉਸਨੇ ਬੜੀ ਹੈਸੀਟੇਟਿੰਗਲੀ ਕਿਹਾ, ਬੜੇ ਘਬਰਾਇਆ ਹੋਇਆ ਸੀ ਔਰ ਉਸਨੇ ਡਾਕਟਰ ਰਮਨ ਨੂੰ ਦੱਸਿਆ ਕਿ ਮੇਰਾ ਫਾਦਰ ਜੋ ਹੈ ਨਾ ਹੀ ਇਜ਼ ਸੀਰੀਅਸ। ਉਹ ਅਸਲ ਦੇ ਵਿੱਚ ਡਾਕਟਰ ਰਮਨ ਦੇ ਦੋਸਤ ਗੋਪਾਲ ਦਾ ਬੇਟਾ ਸੀ ਔਰ ਗੋਪਾਲ ਦੀ ਕੰਡੀਸ਼ਨ ਜੋ ਸੀ ਉਹ ਬਹੁਤ ਹੀ ਕ੍ਰਿਟੀਕਲ ਸੀ ਤੇ ਉਸ ਨੂੰ ਬੁਲਾਉਣ ਦੇ ਵਾਸਤੇ, ਤਾਂ ਕਰਕੇ ਡਾਕਟਰ ਰਮਨ ਨੂੰ ਬੁਲਾਉਣ ਵਾਸਤੇ ਆਇਆ ਸੀ ਕਿ ਉਸ ਦਾ ਫਾਦਰ ਜੋ ਹੈ ਉਹ ਬਹੁਤ ਸੀਰੀਅਸ ਸੀ, ਯਾਨੀ ਕਿ ਗੋਪਾਲ ਜੋ ਸੀ ਉਹਦੀ ਹਾਲਤ ਬੜੀ ਮਾੜੀ ਸੀ। ਤੇ ਫਟਾਫਟ ਡਾਕਟਰ ਰਮਨ ਆਪਣੇ ਅਸਿਸਟੈਂਟ ਦੇ ਨਾਲ ਗਿਆ ਔਰ ਜਾ ਕੇ ਤੇ ਗੋਪਾਲ ਦੇ ਘਰ ਜਾ ਕੇ ਉਸਨੇ ਉਸ ਦਾ ਚੈੱਕਅਪ ਕੀਤਾ ਔਰ ਦੇਖਿਆ ਕਿ ਗੋਪਾਲ ਸੀ ਨਾ ਉਹ ਬੈੱਡ ਰਿਡਨ ਸੀ। ਦੱਸਿਆ ਗਿਆ ਡਾਕਟਰ ਰਮਨ ਨੂੰ ਕਿ 1.5 ਮਹੀਨੇ ਤੋਂ ਉਸ ਦੀ ਇਹ ਹਾਲਤ ਹੈ ਕਿ ਉਹ ਬੈੱਡ ਸਟਿਕਨ ਹੈ, ਮੰਜੇ ਦੇ ਉੱਤੇ ਹੀ, ਬੈੱਡ ਦੇ ਉੱਤੇ ਹੀ ਹੈਗਾ। ਤਾਂ ਉਹ ਬਹੁਤ ਗੁੱਸੇ ਹੋਇਆ ਫੈਮਿਲੀ ਨੂੰ। ਡਾਕਟਰ ਰਮਨ ਕਹਿਣ ਲੱਗਿਆ ਵੀ ਮੈਨੂੰ ਤੁਸੀਂ ਪਹਿਲਾਂ ਕਿਉਂ ਨਾ ਬੁਲਾ ਭੇਜਿਆ, ਪਹਿਲਾਂ ਦੱਸਣਾ ਚਾਹੀਦਾ ਸੀ। ਤਾਂ ਹੁਣ ਤੁਸੀਂ ਮੈਨੂੰ ਇਸ ਵੇਲੇ ਤੇ ਇਸ ਤਰ੍ਹਾਂ ਦੀ ਕ੍ਰਿਟੀਕਲ ਕੰਡੀਸ਼ਨ ਹੈ ਤਾਂ ਉਸ ਵੇਲੇ ਬੁਲਾਇਆ ਹੈ, ਪਹਿਲਾਂ ਬੁਲਾ ਲੈਣਾ ਚਾਹੀਦਾ ਸੀ। ਚਲੋ ਜਿਸ ਤਰ੍ਹਾਂ ਵੀ
ਉਸਨੇ ਡਾਕਟਰ ਨੇ ਯਾਨੀ ਕਿ ਆਪਣੇ ਫਾਸਟ ਫਰੈਂਡ ਬੈਸਟ ਫਰੈਂਡ ਗੋਪਾਲ ਨੂੰ ਚੈੱਕਅਪ ਕੀਤਾ ਤੇ ਉਸ ਦੇ ਬਾਰੇ ਜੋ ਉਹਦੀ ਰਾਏ ਸੀ ਨਾ ਉਹ ਬਹੁਤ ਮਾੜੀ ਰਾਏ ਸੀ। ਫਿਰ ਵੀ ਉਸਨੇ ਆਪਣੇ ਜੋ ਹਾਵ ਭਾਵ ਸੀ ਉਹਨਾਂ ਨੂੰ ਛੁਪਾ ਲਿਆ ਔਰ ਗੋਪਾਲ ਦੀ ਵਾਈਫ ਜੋ ਪੁੱਛਦੀ ਹੈ ਕਿ ਉਸਦੀ ਹਾਲਤ ਕੈਸੀ ਹੈ, ਕਿ ਉਹ ਬਚ ਜਾਏਗਾ ਕਿ ਕਿਸ ਤਰ੍ਹਾਂ ਹੋਏਗਾ। ਔਰ ਡਾਕਟਰ ਰਮਨ ਨੇ ਥਰੂ ਆਊਟ ਹਿਸ ਕਰੀਅਰ ਝੂਠ ਨਹੀਂ ਸੀ ਬੋਲਿਆ ਕਦੇ। ਉਹ ਫਰੈਂਕਲੀ ਦੱਸ ਦਿੰਦਾ ਸੀ ਕਿ ਪੇਸ਼ੈਂਟ ਜੋ ਹੈ ਉਹ ਜਿਉਂਦਾ ਰਹੇਗਾ ਜਾਂ ਫਿਰ ਉਹ ਮਰ ਜਾਏਗਾ, ਫਰੈਂਕਲੀ ਦੱਸ ਦਿਆ ਕਰਦਾ ਸੀ। ਇਸ ਕਰਕੇ ਗੋਪਾਲ ਦੀ ਵਾਈਫ ਨੇ ਉਸ ਨੂੰ ਪੁੱਛਿਆ ਵੀ ਫਰੈਂਕਲੀ ਕਿ ਦੱਸ ਦਿਓ ਕਿ ਕੀ ਉਹ ਬਚ ਜਾਏਗਾ ਕਿ ਕੀ ਹੋਏਗਾ। ਪਰ ਡਾਕਟਰ ਰਮਨ ਨੇ ਕਿਹਾ ਕਿ ਡੋਂਟ ਆਸਕ ਕੁਐਸਚਨ ਐਟ ਦਿਸ ਟਾਈਮ, ਵੀ ਮੇਰੇ ਤੋਂ ਇਸ ਵੇਲੇ ਕੋਈ ਕੁਐਸਚਨ ਤੁਸੀਂ ਨਾ ਪੁੱਛੋ, ਸਿਰਫ ਮੈਂ ਇਸ ਦਾ ਇਲਾਜ ਕਰਨਾ ਹੈ। ਹੁਣ ਗੋਪਾਲ ਜੋ ਸੀ ਉਸ ਦਾ ਫਾਸਟ ਫਰੈਂਡ ਡਾਕਟਰ ਰਮਨ ਦਾ, ਉਹ ਜਿੱਦ ਕਰਨ ਲੱਗ ਗਿਆ ਕਿ ਮੈਨੂੰ ਡਾਕਟਰ ਸਾਹਿਬ ਦੱਸੋ ਕਿ ਮੇਰੀ ਹਾਲਤ ਕੀ ਹੈ, ਵੈਦਰ ਆਈ ਵੁੱਡ ਸਰਵਾਈਵ ਔਰ ਆਈ ਵੁੱਡ ਕਲੈਪਸ, ਵੀ ਮੈਂ ਮਰ ਜਾਵਾਂਗਾ ਜਾਂ ਜਿਉਂਦਾ ਰਵਾਂਗਾ। ਫਰੈਂਕਲੀ ਮੈਨੂੰ ਦੱਸੋ, ਮੈਂ ਸਾਈਨ ਕਰਨਾ ਚਾਹੁੰਦਾ ਵਿਲ ਦੇ ਉੱਤੇ। ਵਿਲ ਕੀ, ਵੀ ਵਸੀਅਤ ਦੇ ਉੱਤੇ ਉਹ ਸਾਈਨ ਕਰਨਾ ਚਾਹੁੰਦਾ ਸੀ ਵੀ ਬਾਅਦ ਦੇ ਵਿੱਚ ਜੋ ਫੈਮਿਲੀ ਮੈਂਬਰ ਨੇ ਉਹਨਾਂ ਵਿੱਚ ਕੋਈ ਡਿਸਪਿਊਟ ਨਾ ਹੋਵੇ। ਇਸ ਕਰਕੇ ਆਪਣੀ ਵਿਲ ਦੇ ਉੱਤੇ, ਜੇ ਤਾਂ ਮਤਲਬ ਕਿ ਉਹਦੀ ਹਾਲਤ ਇੰਨੀ ਖਤਰਨਾਕ ਸੀ, ਇੰਨੀ ਮਾੜੀ ਸੀ ਕਿ ਉਸਨੇ ਨਹੀਂ ਸੀ ਬਚਣਾ ਯਾਨੀ ਕਿ ਗੋਪਾਲ ਨੇ, ਤਾਂ ਫਿਰ ਤਾਂ ਉਹ ਉਸ ਵਿਲ ਦੇ ਉੱਤੇ ਸਾਈਨ ਕਰ ਦੇਵੇ ਤਾਂ ਕਿ ਬਾਅਦ ਵਿੱਚ ਕੋਈ ਡਿਸਪਿਊਟ ਫੈਮਿਲੀ ਦੇ ਵਿੱਚ ਜਾਂ ਫੈਮਿਲੀ ਮੈਂਬਰਸ ਵਿੱਚ ਨਾ ਹੋਵੇ। ਤੇ ਇਸ ਕਰਕੇ ਉਹਨੇ ਫਰੈਂਕਲੀ ਪੁੱਛਿਆ ਡਾਕਟਰ ਰਮਨ ਨੂੰ ਕਿ ਮੇਰੀ ਹਾਲਤ ਕਿਵੇਂ ਦੀ ਤੁਹਾਨੂੰ ਲੱਗਦੀ ਹੈ। ਤਾਂ ਡਾਕਟਰ ਰਮਨ ਜੋ ਸੀ ਨਾ ਉਹ ਬਹੁਤ ਡਿਲੇਮਾ ਦੇ ਵਿੱਚ ਸੀ, ਬੜੀ ਦੁਚਿੱਤੀ ਦੇ ਵਿੱਚ ਫਸ ਗਿਆ ਕਿ ਜੇਕਰ ਤਾਂ ਮੈਂ ਕਹਿ ਦਿੱਤਾ ਕਿ ਕੰਡੀਸ਼ਨ ਇੰਨੀ ਮਾੜੀ ਹੈ ਕਿ ਯੂ ਵੁੱਡ ਨਾਟ ਸਰਵਾਈਵ, ਯੂ ਵੁੱਡ ਨਾਟ ਲਿਵ, ਕਿ ਜਿਉਂਦਾ ਨਹੀਂ ਰਹਿ ਸਕੋਗੇ, ਤਾਂ ਇਸ ਨੇ ਸਰਟਨਲੀ ਹੀ ਡੈਥ ਇਸ ਦੀ ਹੋ ਜਾਣੀ ਹੈ, ਜਲਦੀ ਹੀ ਹੋ ਜਾਣੀ ਹੈ। ਤੇ ਜੇਕਰ ਮੈਂ ਮਤਲਬ ਕਿ ਉਸ ਨੂੰ ਇਹ ਦੱਸਦਾ ਹੈ ਕਿ ਤੇਰੀ ਹਾਲਤ ਬਹੁਤ ਵਧੀਆ ਹੈ, ਤੇ ਫਿਰ ਇਹ ਜਿਹੜਾ ਮੇਰੇ ਪ੍ਰੋਫੈਸ਼ਨ ਦੇ ਜਾਂ ਮੇਰੇ ਜਿਵੇਂ ਦੀ ਮੇਰੀ ਰੈਪੂਟੇਸ਼ਨ ਹੈ ਉਹਦੇ ਅਗੇਂਸਟ ਹੋਏਗਾ। ਪਰੰਤੂ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਆਪਣੇ ਕਰੀਅਰ ਦੇ ਵਿੱਚ ਡਾਕਟਰ ਰਮਨ ਨੇ ਝੂਠ ਬੋਲਿਆ ਕਿ ਉਸਨੇ ਕਿਹਾ ਤੈਨੂੰ ਕੁਛ ਨਹੀਂ ਹੋਣ ਲੱਗਿਆ। ਆਪਣੇ ਫਾਸਟ ਫਰੈਂਡ ਗੋਪਾਲ ਨੂੰ ਕਹਿਣ ਲੱਗਿਆ ਕਿ ਯੂ ਵੁੱਡ ਸਰਵਾਈਵ, ਯੂ ਵੁੱਡ ਲਿਵ, ਯੂ ਡੂ ਨਾਟ ਮੇਕ ਹੇਸਟ ਟੂ ਸਾਈਨ ਦਾ ਵਿਲ। ਆਪਣੀ ਵਸੀਅਤ ਦੇ ਉੱਤੇ ਸਾਈਨ ਕਰਨ ਵਾਸਤੇ ਤੈਨੂੰ ਕੋਈ ਕਾਹਲੀ ਨਹੀਂ ਕਰਨੀ ਚਾਹੀਦੀ, ਤੂੰ ਜਿਉਂਦਾ ਰਹੇਗਾ, ਕੁਛ ਨਹੀਂ ਹੁੰਦਾ ਤੈਨੂੰ, ਠੀਕ ਹੈ। ਇਸ ਕਰਕੇ ਉਸਨੇ ਇਹ ਝੂਠ ਬੋਲਿਆ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਫਾਸਟ ਫਰੈਂਡ ਨੂੰ, ਬੈਸਟ ਫਰੈਂਡ ਨੂੰ ਬਚਾਉਣ ਦੇ ਵਾਸਤੇ। ਉਸਨੇ ਆਪਣੇ ਕਰੀਅਰ ਦੇ ਵਿੱਚ ਪਹਿਲੀ ਵਾਰੀ ਡਾਕਟਰ ਰਮਨ ਨੇ ਝੂਠ ਬੋਲਿਆ ਔਰ ਗੋਪਾਲ ਨੂੰ ਬੜਾ ਹੌਸਲਾ ਹੋ ਗਿਆ ਵੀ ਜੇਕਰ ਇਹ ਵਰਡਿੰਗ ਡਾਕਟਰ ਰਮਨ ਕਹਿ ਰਿਹਾ ਹੈ ਕਿ ਮਤਲਬ ਕਿ ਯੂ ਵੁੱਡ ਸਰਵਾਈਵ, ਤੇ ਇਹਦਾ ਮਤਲਬ ਮੈਨੂੰ ਤਾਂ ਕੁਝ ਨਹੀਂ ਹੋਣ ਲੱਗਿਆ। ਹੁਣ ਉਸ ਤੋਂ ਬਾਅਦ ਕੀ ਹੋਇਆ ਕਿ ਉਸ ਨੂੰ ਟ੍ਰੀਟਮੈਂਟ ਕਰਕੇ ਫਿਰ ਉਹ ਕਹਿੰਦਾ ਵੀ ਕੱਲ ਆਵਾਂਗਾ, ਯਾਨੀ ਡਾਕਟਰ ਰਮਨ ਕਹਿਣ ਲੱਗੇ ਵੀ ਕੱਲ ਆਵਾਂਗੇ ਫਿਰ ਚੈੱਕਅਪ ਕਰਨ ਦੇ ਵਾਸਤੇ। ਔਰ ਜਦੋਂ ਉਹ ਬਾਹਰ ਆਏ ਨਾ, ਤੇ ਜਿਹੜਾ ਅਸਿਸਟੈਂਟ ਸੀ ਡਾਕਟਰ ਰਮਨ ਦਾ, ਉਹ ਕਹਿਣ ਲੱਗਿਆ ਡਾਕਟਰ ਸਾਹਿਬ ਵੀ ਤੁਸੀਂ ਇਹ ਕਿਹਾ ਹੈ ਕਿ ਉਸ ਦੀ ਹਾਲਤ ਜਿਹੜੀ ਹੈ ਵੀ ਉਹ ਇੰਨੀ ਮਾੜੀ ਨਹੀਂ ਵੀ ਉਹ ਸਰਵਾਈਵ ਕਰੇਗਾ, ਪਰੰਤੂ ਮੈਨੂੰ ਤਾਂ ਬੜਾ ਹੋਰ ਹੀ ਤਰ੍ਹਾਂ ਫੀਲ ਹੋਇਆ ਕਿ ਉਹਦੀ ਹਾਲਤ ਬਹੁਤ ਮਾੜੀ ਹੈ, ਕ੍ਰਿਟੀਕਲ ਹੈ, ਤੇ ਤੁਸੀਂ ਕੀ ਸੋਚਦੇ ਹੋ, ਐਕਚੁਅਲੀ ਤੁਹਾਡੀ ਓਪੀਨੀਅਨ ਕੀ ਹੈ। ਤੇ ਡਾਕਟਰ ਰਮਨ ਕਹਿਣ ਲੱਗਿਆ ਕਿ ਐਕਚੁਅਲੀ ਤਾਂ ਇਹ ਹੈ ਕਿ ਅੱਜ ਦੀ ਮਿਡਨਾਈਟ ਤੋਂ ਬਾਅਦ ਦਾ ਕੋਲੈਪਸ ਮਾਈਟ ਹੈਪਨ ਐਟ ਐਨੀ ਮੂਮੈਂਟ, ਅੱਜ ਅੱਧੀ ਰਾਤ ਤੋਂ ਬਾਅਦ ਕਿਸੇ ਵੀ ਪਲ ਇਸ ਦੀ ਡੈਥ ਹੋ ਸਕਦੀ ਹੈ, ਹੋ ਜਾਣੀ ਹੈ, ਮਤਲਬ ਮੇਰੀ ਓਪੀਨੀਅਨ ਤੇ ਇਹ ਹੈ। ਫਿਰ ਕਹਿੰਦੇ ਉਹ ਝੂਠ ਕਿਉਂ ਬੋਲਿਆ, ਅਸਿਸਟੈਂਟ ਪੁੱਛਣ ਲੱਗਿਆ ਕਿ ਡਾਕਟਰ ਸਾਹਿਬ ਫਿਰ ਤੁਸੀਂ ਝੂਠ ਕਿਉਂ ਬੋਲਿਆ। ਤੇ ਉਹ ਕਹਿਣ ਲੱਗੇ ਵੀ ਇਸ ਕਰਕੇ ਵੀ ਮੈਂ ਆਪਣੇ ਫਾਸਟ ਫਰੈਂਡ, ਬੈਸਟ ਫਰੈਂਡ ਨੂੰ ਜਲਦੀ, ਇਹ ਨਹੀਂ ਚਾਹੁੰਦਾ ਕਿ ਉਸਦੀ ਜਲਦੀ ਮੌਤ ਹੋ ਜਾਵੇ, ਇਸ ਕਰਕੇ ਮੈਂ ਉਸ ਨੂੰ ਦਿਲਾਸਾ ਦਿੱਤਾ ਹੈ, ਫਾਲਸ ਅਸ਼ੋਰੈਂਸ ਦਿੱਤੀ ਹੈ। ਚਲੋ ਇਸ ਤੋਂ ਬਾਅਦ ਉਹ ਚਲੇ ਗਏ ਤੇ ਡਾਕਟਰ ਰਮਨ ਜੋ ਸੀ ਉਹ ਐਕਸਪੈਕਟ ਕਰ ਰਿਹਾ ਸੀ ਜਾਂ ਉਸ ਨੂੰ ਡਰ ਸੀ ਕਿ ਕਿਸੇ ਵੀ ਪਲ ਉਸ ਨੂੰ ਫੋਨ ਆ ਜਾਏਗਾ ਕਿ ਇਸ ਤਰ੍ਹਾਂ ਕਰਕੇ ਜੋ ਗੋਪਾਲ ਹੈ ਉਸ ਦੀ ਡੈਥ ਹੋ ਗਈ ਹੈ। ਪਰੰਤੂ ਸਾਰੀ ਰਾਤ ਲੰਘ ਗਈ, ਕੁਝ ਵੀ ਨਹੀਂ ਹੋਇਆ, ਕੋਈ ਫੋਨ ਨਹੀਂ ਆਇਆ, ਕੋਈ ਮੈਸੇਜ ਨਹੀਂ ਆਇਆ। ਤੇ ਫਿਰ ਉਸ ਤੋਂ ਬਾਅਦ ਫਿਰ ਦੂਸਰੇ ਦਿਨ ਤਿਆਰ ਹੋ ਕੇ ਤੇ ਡਾਕਟਰ ਰਮਨ ਚੈੱਕਅਪ ਕਰਨ ਵਾਸਤੇ ਗੋਪਾਲ ਨੂੰ ਗਿਆ ਤੇ ਜਾ ਕੇ ਦੇਖਿਆ ਤੇ ਉਸ ਦੀ ਪਲਸ ਜੋ ਸੀ ਉਸ ਨੂੰ ਫੀਲ ਕੀਤਾ ਤੇ ਡਾਕਟਰ ਰਮਨ ਹੈਰਾਨ ਰਹਿ ਗਿਆ। ਕਿਸ ਤਰ੍ਹਾਂ, ਕਿਸ ਗੱਲ ਤੋਂ ਕਿ ਉਸ ਦੀ ਪੇਸ਼ੈਂਟ ਦੀ ਹਾਲਤ ਤਾਂ ਬਹੁਤ ਅੱਛੀ ਸੀ ਔਰ ਪਲਸ ਫੀਲ ਕਰਕੇ ਉਹਨੂੰ ਮਹਿਸੂਸ ਹੋਇਆ ਕਿ ਇਸ ਨੂੰ ਤੇ ਕੁਝ ਨਹੀਂ ਹੋਣ ਲੱਗਿਆ, ਮਤਲਬ ਕਿ ਇਹ ਤਾਂ ਬਾਲ ਹੈ, ਇਹ ਖਤਰੇ ਦੇ ਤੋਂ ਬਾਹਰ ਨਿਕਲ ਚੁੱਕਿਆ ਹੈ,
ਇਸ ਕਰਕੇ ਉਸ ਨੇ ਹੋਰ ਅੱਛੀ ਤਰ੍ਹਾਂ ਨਾਲ ਉਸ ਨੂੰ ਚੈੱਕਅਪ ਕਰਕੇ ਕਿਹਾ, ਅਸ਼ੋਰੈਂਸ ਦਿੱਤੀ ਕਿ 90 ਸਾਲ ਤੱਕ ਆਫਟਰ 90 ਈਅਰਸ ਕੁਛ ਨਹੀਂ ਹੋਣ ਲੱਗਿਆ, ਮਤਲਬ ਬੜੀ ਲੰਬੀ ਜ਼ਿੰਦਗੀ ਤੋਂ ਬਤੀਤ ਕਰੇਗਾ। ਆਪਣੇ ਫਾਸਟ ਫਰੈਂਡ ਨੂੰ ਉਸਨੇ ਹੌਸਲਾ ਦਿੱਤਾ, ਗੋਪਾਲ ਨੂੰ। ਤਾਂ ਇਸ ਤਰ੍ਹਾਂ ਕਰਕੇ ਜੋ ਸੀ ਉਹ ਸੇਵ ਹੋ ਗਿਆ। ਡਾਕਟਰ ਰਮਨ ਦੇ ਕਹੇ ਹੋਏ ਜਿਹੜੇ ਸ਼ਬਦ ਸੀ ਉਸ ਸੱਚ ਸਾਬਤ ਹੋਏ, ਔਰ ਉਹਨਾਂ ਸ਼ਬਦਾਂ ਦੀ ਬਦੌਲਤ ਹੀ ਉਸਦੇ ਫਾਸਟ ਫਰੈਂਡ ਗੋਪਾਲ ਦੀ ਜੋ ਜ਼ਿੰਦਗੀ ਹੈ ਉਹ ਬਚ ਗਈ ਸੀ। ਤੇ ਇਸ ਤਰ੍ਹਾਂ ਕਰਕੇ ਜੋ ਇਸ ਸਟੋਰੀ ਦੇ ਵਿੱਚ ਮੈਸੇਜ ਹੈਗਾ ਜਾਂ ਥੀਮ ਹੈ ਉਹ ਇਹੀ ਹੈ ਕਿ ਜੋ ਡਾਕਟਰ ਹੁੰਦਾ ਹੈ ਨਾ ਉਹ ਰੱਬ ਦਾ ਦੂਸਰਾ ਰੂਪ ਹੁੰਦਾ ਹੈ। ਇਸ ਕਰਕੇ ਬਹੁਤ ਸਾਰੇ ਡਾਕਟਰ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਆਪਣੇ ਪੇਸ਼ੈਂਟਸ ਦੇ ਨਾਲ ਬਹੁਤ ਸਿੰਪੈਥੈਟਿਕਲੀ ਡੀਲ ਕਰਦੇ ਨੇ ਔਰ ਉਹਨਾਂ ਨੂੰ ਅਸ਼ੋਰੈਂਸ ਦਿੰਦੇ ਨੇ, ਪਰੰਤੂ ਕਈ ਐਸੇ ਵੀ ਡਾਕਟਰ ਹੁੰਦੇ ਨੇ ਜਿਨ੍ਹਾਂ ਦਾ ਸੁਭਾਅ ਕੁਛ ਇਰੀਟੇਸ਼ਨ ਵਾਲਾ ਹੁੰਦਾ ਹੈ ਔਰ ਉਹ ਅਨਾਇਡ ਹੀ ਰਹਿੰਦੇ ਨੇ, ਔਰ ਮਤਲਬ ਕਈ ਵਾਰੀ ਉਹ ਮਾੜਾ ਵੀ ਬੋਲਦੇ ਨੇ ਆਪਣੇ ਪੇਸ਼ੈਂਟ ਦੇ ਨਾਲ। ਉਹਦੇ ਨਾਲ ਜੋ ਪੇਸ਼ੈਂਟ ਹੁੰਦਾ ਉਹਦਾ ਹੌਸਲਾ ਟੁੱਟ ਜਾਂਦਾ ਹੈ। ਇਸ ਕਰਕੇ ਇਹ ਸਟੋਰੀ ਦਾ ਮੈਸੇਜ ਜਾਂ ਥੀਮ ਇਹੀ ਹੈ ਕਿ ਜੋ ਡਾਕਟਰ ਹੁੰਦਾ ਹੈ ਉਹ ਰੱਬ ਦਾ ਰੂਪ ਹੈ ਔਰ ਉਸ ਦੇ ਕਹੇ ਹੋਏ ਜਿਹੜੇ ਸ਼ਬਦ ਨੇ ਉਹਦਾ ਇੱਕ ਮੀਨਿੰਗ ਹੁੰਦਾ ਹੈ। ਇਸ ਕਰਕੇ ਇਸ ਪ੍ਰੋਫੈਸ਼ਨ ਵਾਲੇ, ਨੋਬਲ ਪ੍ਰੋਫੈਸ਼ਨ ਵਾਲੇ ਡਾਕਟਰਸ ਨੂੰ ਬਹੁਤ ਸਿੰਪੈਥੈਟਿਕਲੀ ਆਪਣੇ ਪੇਸ਼ੈਂਟਸ ਦੇ ਨਾਲ ਪੇਸ਼ ਆਉਣਾ ਚਾਹੀਦਾ ਹੈ। ਤਾਂ ਹੁਣ ਇਸ ਤੋਂ ਬਾਅਦ ਕੁਝ ਇੰਪੋਰਟੈਂਟ ਕੁਐਸਚਨਸ ਵੀ ਹੈਗੇ ਨੇ, ਉਹ ਕੁਐਸਚਨ ਜਿਹੜੇ ਹੈ ਉਹਨਾਂ ਦੇ ਆਨਸਰ ਵੀ ਮੈਂ ਤੁਹਾਨੂੰ ਦੱਸਾਂਗਾ। ਤਾਂ ਪਹਿਲਾ ਕੁਐਸਚਨ ਹੈ ਕਿ ਵਾਈ ਡਿਡ ਦ ਪੀਪਲ ਗੋ ਟੂ ਡਾਕਟਰ ਰਮਨ ਐਜ਼ ਅ ਲਾਸਟ ਰਿਜ਼ੋਰਟ, ਕਿ ਡਾਕਟਰ ਰਮਨ ਦੇ ਪਾਸ ਲੋਕ ਆਖਰੀ ਸਹਾਰੇ ਦੇ ਤੌਰ ਤੇ ਹੀ ਕਿਉਂ ਜਾਇਆ ਕਰਦੇ ਸੀ। ਤਾਂ ਆਪਾਂ ਸਟੋਰੀ ਦੇ ਵਿੱਚ ਪੜ੍ਹਿਆ ਕਿ ਇਸ ਕਰਕੇ ਜਾਂਦੇ ਸੀ ਕਿਉਂਕਿ ਇੱਕ ਤੇ ਉਹਦੀ ਵਿਜ਼ਿਟਿੰਗ ਫੀਸ ਬੜੀ ਹਾਈ ਸੀ, ਦੈਟ ਵਾਸ 25 ਰੁਪੀਸ ਐਟ ਦਾ ਟਾਈਮ, 25 ਰੁਪਏ ਸੀ ਫੀਸ, ਜਿਹੜੀ ਕਿ ਐਟ ਦੈਟ ਟਾਈਮ ਬਹੁਤ ਹਾਈ ਫੀਸ ਸੀ। ਸੈਕੰਡਲੀ ਡਾਕਟਰ ਰਮਨ ਕੋਲ ਜਾਣ ਦਾ ਮਤਲਬ ਸੀ ਕਿ ਜਿਹੜਾ ਪੇਸ਼ੈਂਟ ਹੈ ਉਹਦੀ ਹਾਲਤ ਬੜੀ ਕ੍ਰਿਟੀਕਲ ਹੈ, ਬੜੀ ਮਾੜੀ ਹੈ। ਦਾ ਪੇਸ਼ੈਂਟ ਇਜ਼ ਔਨ ਦਾ ਲਾਸਟ ਲੈਗਸ, ਹੁਣ ਆਖਰੀ ਸਾਹਾਂ ਤੇ ਆ ਵੀ ਪੇਸ਼ੈਂਟ, ਔਰ ਡਾਕਟਰ ਰਮਨ ਕੋਲ ਜਾਣ ਦਾ ਟਾਈਮ ਆ ਗਿਆ ਹੈ। ਸੈਕੰਡਲੀ ਜੋ ਡਾਕਟਰ ਰਮਨ ਨੂੰ ਕੀ ਪਤਾ ਕੀ ਕਹਿ ਦੇਣਾ, ਜੇਕਰ ਉਹ ਵਰਡਿਕਟ ਇਹ ਦੇ ਦਿੰਦਾ ਹੈ, ਇਹ ਫੈਸਲਾ ਦੇ ਦਿੰਦਾ ਹੈ ਕਿ ਦਾ ਪੇਸ਼ੈਂਟ ਵੁੱਡ ਨਾਟ ਸਰਵਾਈਵ, ਵੀ ਉਹ ਨਹੀਂ ਬਚੇਗਾ, ਤੇ ਫਿਰ ਹੋਰ ਕੋਈ ਤੇ ਹੋਪ ਰਹਿ ਹੀ ਨਹੀਂ ਜਾਂਦੀ। ਪਰ ਇੱਕ ਉਹਦੀ ਖਾਸੀਅਤ ਇਹ ਵੀ ਸੀ ਨਾ ਡਾਕਟਰ ਰਮਨ ਦੀ ਕਿ ਜੇਕਰ ਕੋਈ ਥੋੜੀ ਬਹੁਤ ਹੋਪ ਹੁੰਦੀ ਸੀ ਨਾ ਤਾਂ ਫਿਰ ਉਹ ਪੂਰੀ ਵਾਹ ਲਾ ਦਿੰਦਾ ਸੀ, ਔਰ ਜੇਕਰ ਥੋੜੀ ਬਹੁਤ ਵੀ ਉਮੀਦ ਹੁੰਦੀ ਸੀ ਤਾਂ ਉਹ ਪੇਸ਼ੈਂਟ ਨੂੰ ਮਰਨ ਨਹੀਂ ਸੀ ਦਿੰਦਾ। ਹੀ ਯੂਜ਼ਡ ਟੂ ਡਰਾ ਦਾ ਪੇਸ਼ੈਂਟ ਫਰੋਮ ਦਾ ਜਾਸ ਆਫ ਡੈਥ, ਕਿ ਮੌਤ ਦੇ ਜਬਾੜਿਆਂ ਦੇ ਵਿੱਚੋਂ ਪੇਸ਼ੈਂਟ ਨੂੰ ਬਾਹਰ ਕੱਢ ਲਿਆਉਂਦਾ ਸੀ। ਇਸ ਕਰਕੇ ਆਖਰੀ ਸਹਾਰੇ ਦੇ ਤੌਰ ਤੇ ਹੀ ਲੋਕ ਜੋ ਹਨ ਉਹ ਜਾਇਆ ਕਰਦੇ ਸੀ ਡਾਕਟਰ ਰਮਨ ਦੇ ਪਾਸ। ਸੈਕੰਡ ਕੁਐਸਚਨ ਹੈ, ਵਾਟ ਵਾਸ ਦਾ ਟਰੂ ਓਪੀਨੀਅਨ ਆਫ ਡਾਕਟਰ ਰਮਨ ਅਬਾਊਟ ਗੋਪਾਲ, ਗੋਪਾਲ ਦੇ ਬਾਰੇ ਉਸ ਦੀ ਅਸਲੀ ਰਾਏ ਡਾਕਟਰ ਰਮਨ ਦੀ ਕੀ ਸੀ। ਤਾਂ ਅਸਲੀ ਰਾਏ ਆਪਾਂ ਜਿਵੇਂ ਕਿ ਪੜ੍ਹਿਆ ਕਿ ਅਸਲੀ ਰਾਏ ਤਾਂ ਇਹ ਸੀ ਕਿ ਉਹ ਸੋਚਦਾ ਸੀ ਕਿ ਕੋਲੈਪਸ ਮਾਈਟ ਹੈਪਨ ਆਫਟਰ ਮਿਡਨਾਈਟ ਐਨੀ ਮੂਮੈਂਟ, ਵੀ ਅੱਧੀ ਰਾਤ ਤੋਂ ਬਾਅਦ ਕਿਸੇ ਵੀ ਪਲ ਉਸਦੀ ਯਾਨੀ ਕਿ ਉਸਦੇ ਦੋਸਤ ਗੋਪਾਲ ਦੀ ਡੈਥ ਹੋ ਸਕਦੀ ਸੀ। ਉਹਦੀ ਸੱਚੀ ਰਾਏ ਤਾਂ ਇਹ ਸੀ, ਪਰੰਤੂ ਉਸਨੇ ਇਸ ਨੂੰ ਕੰਸੀਲ ਕਰ ਲਿਆ ਸੀ, ਛੁਪਾ ਲਿਆ ਸੀ। ਕਿਉਂ ਕੰਸੀਲ ਕੀਤਾ? ਕਿਉਂਕਿ ਉਹ ਆਪਣੇ ਦੋਸਤ ਦੀ ਮੌਤ ਨਹੀਂ ਸੀ ਚਾਹੁੰਦਾ ਕਿ ਜਲਦੀ ਜਲਦੀ ਉਸਦੀ ਡੈਥ ਹੋ ਜਾਵੇ। ਨੈਕਸਟ ਕੁਐਸਚਨ ਹੈ, ਵਾਟ ਸੇਵਡ ਗੋਪਾਲ, ਗੋਪਾਲ ਨੂੰ ਕਿਸ ਚੀਜ਼ ਨੇ ਬਚਾਇਆ। ਜਿਹੜੇ ਫਾਲਸ ਅਸ਼ੋਰੈਂਸ ਸੀ ਜਾਂ ਕਾਈਂਡ ਵਰਡਸ ਸੀ ਸਪੋਕਨ ਬਾਈ ਡਾਕਟਰ ਰਮਨ, ਉਸ ਅਸ਼ੋਰੈਂਸ ਕਰਕੇ, ਉਹਨਾਂ ਸ਼ਬਦਾਂ ਕਰਕੇ, ਸਿੰਪੈਥੈਟਿਕ ਵਰਡਸ ਕਰਕੇ ਕਿ ਕੁਛ ਨਹੀਂ ਹੋਣ ਲੱਗਿਆ, ਮਤਲਬ ਕਿ ਯੂ ਵੁੱਡ ਸਰਵਾਈਵ, ਤੁਹਾਨੂੰ ਯਾਨੀ ਕਿ ਵਿਲ ਦੇ ਉੱਤੇ ਸਾਇੰਟਾਂ ਦੀ ਕੋਈ ਕਾਲੀ ਹੈ ਹੀ ਨਹੀਂ ਹੈ। ਤਾਂ ਇਹ ਜਿਹੜੇ ਵਰਡਸ ਹਨ ਉਸ ਦੇ ਨਾਲ ਜੋ ਗੋਪਾਲ ਸੀ ਉਹ ਬਚ ਗਿਆ ਸੀ। ਕਹਿਣ ਦਾ ਭਾਵ ਹੈ ਕਿ ਡਾਕਟਰ ਰਮਨ ਦੀ ਫਾਲਸ ਅਸ਼ੋਰੈਂਸ ਦੇ ਕਾਰਨ, ਡਾਕਟਰ ਰਮਨ ਦੀ ਫਾਲਸ ਅਸ਼ੋਰੈਂਸ ਦੇ ਕਾਰਨ ਹੀ ਗੋਪਾਲ ਵਾਜ਼ ਸੇਵਡ। ਔਰ ਲਾਸਟ ਕੁਐਸਚਨ ਹੈ, ਵਾਟ ਇਜ਼ ਮੈਸੇਜ ਇਨ ਦਿਸ ਸਟੋਰੀ। ਤਾਂ ਮੈਸੇਜ ਆਪਾਂ ਪਹਿਲਾਂ ਵੀ ਡਿਸਕਸ ਕਰ ਹੀ ਚੁੱਕੇ ਹਾਂ ਕਿ ਜੋ ਡਾਕਟਰ ਹੁੰਦੇ ਆ ਉਹਨਾਂ ਦਾ ਬਹੁਤ ਸਤਿਕਾਰ ਹੁੰਦਾ ਹੈ, ਔਰ ਉਹ ਇੱਕ ਤਰ੍ਹਾਂ ਦੇ ਨਾਲ ਨੈਕਸਟ ਟੂ ਗੋਡ ਹੁੰਦੇ ਨੇ, ਤੇ ਉਹਨਾਂ ਦੇ ਕਹੇ ਹੋਏ ਸ਼ਬਦਾਂ ਦਾ ਵਿੱਚ ਕੁਝ ਦਮ ਹੁੰਦਾ, ਉਹਦਾ ਕੁਝ ਮੀਨਿੰਗ ਹੁੰਦਾ ਹੈ। ਔਰ ਜੇਕਰ ਸਿੰਪੈਥੈਟਿਕਲੀ ਉਹ ਡੀਲ ਕਰਨ ਆਪਣੇ ਪੇਸ਼ੈਂਟ ਨੂੰ ਤੇ ਉਹਨਾਂ ਦੀ ਲਾਈਫ ਬਚਾ ਵੀ ਸਕਦੇ ਨੇ, ਪਰ ਜੇਕਰ ਕੜਵੇ ਸ਼ਬਦ ਬੋਲਣ ਤੇ ਫਿਰ ਉਹਨਾਂ ਦੀ ਪੇਸ਼ੈਂਟ ਦੀ ਲਾਈਫ ਜਿਹੜੀ ਹੈ ਉਹ ਜਾ ਵੀ ਸਕਦੀ ਹੈ। ਤਾਂ ਇਹ ਇਸ ਦੇ ਵਿੱਚ ਮੈਸੇਜ ਜੋ ਹੈ
ਉਹ ਕਨਵੇ ਕੀਤਾ ਗਿਆ ਹੈ। ਇਸ ਤਰ੍ਹਾਂ ਕਰਕੇ ਇਹ ਸਟੋਰੀ ਜੋ ਹੈ ਦੈਟ ਕਮਸ ਟੂ ਐਨ ਐਂਡ। ਔਰ ਉਮੀਦ ਕਰਦੇ ਹਾਂ ਕਿ ਇਹ ਸਟੋਰੀ ਤੁਹਾਨੂੰ ਅੱਛੀ ਤਰ੍ਹਾਂ ਦੇ ਨਾਲ ਸਮਝ ਆ ਗਈ ਹੋਵੇਗੀ। ਤੇ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ। ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।